ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਥ ਅਤਕਾਇ ਦੈਤ ਜੁੱਧ ਕਥਨਨ। ਹੁਣ ਅਤਕਾਇ ਦੈਂਤ ਦੇ ਯੁੱਧ ਦਾ ਕਥਨ। ਸੰਗੀਤ ਪਦ ਪਦਸਟਕਾ ਛੰਦ। ਕਾਗੜਦੰਗ ਕੋਪ ਕੈ ਦੈਤ ਰਾਜ। ਰਾਵਣ ਨੇ ਕ੍ਰੋਧ ਕਰਕੇ ਜਾਗੜਦੰਗ ਜੁੱਧ ਕੋ ਸਜਿਓ ਸਾਜ। ਯੁੱਧ ਦਾ ਸਾਜ ਸਾਜਿਆ। ਬਾਗੜਦੰਗ ਵੀਰ ਬੁੱਲੇ ਅਨੰਤ। ਅਨੰਤ ਯੁੱਧ ਵੀਰ ਬੁਲਾਲੇ। ਰਾਗੜਦੰਗ ਰੋਸ ਰੋਹੇ ਦੁਰੰਤ। ਜੋ ਪ੍ਰਚੰਡ ਕ੍ਰੋਧ ਦੇ ਭਰੇ ਹੋਏ ਕੁਸੈਲ ਸਨ। ਪਾਗੜਦੰਗ ਪਰਮ ਬਾਜੀ ਬੁਲੰਤ। ਸ਼੍ਰੇਸ਼ਟ ਘੋੜਿਆਂ ਵਾਲੇ ਸੂਰਮੇ ਬੁਲਾ ਲਏ। ਚਾਗੜਦੰਗ ਚਤਰ ਨਟ ਜਯੋ ਕੁਦੰਤ। ਉਹ ਘੋੜੇ ਚਤੁਰ ਨਟ ਵਾਂਗ ਕੁੱਦਦੇ ਸਨ। ਕਾਗੜਦੰਗ ਕਰੂਰ ਕੱਢੇ ਹਥਿਆਰ। ਭਿਆਨਕ ਹਥਿਆਰ ਕੱਢੇ ਹੋਏ ਸਨ। ਆਗੜਦੰਗ ਆਨ ਬੱਜੇ ਜੁਝਾਰ। ਅਤੇ ਰਣਭੂਮੀ ਵਿੱਚ ਆ ਕੇ ਸੂਰਵੀਰਾਂ ਨੂੰ ਮਾਰਦੇ ਸਨ। ਰਾਗੜਦੰਗ ਰਾਮ ਸੈਨਾ ਸੁਕਰੁੱਧ। ਸ਼੍ਰੀ ਰਾਮ ਦੀ ਸੈਨਾ ਦੇ ਕ੍ਰੋਧਵਾਨ ਸੂਰਮੇ। ਜਾਗੜਦੰਗ ਜਵਾਨ ਜੁਛੰਤ ਜੁੱਧ। ਯੁੱਧ ਵਿੱਚ ਜੂਝਦੇ ਹਨ। ਨਾਗੜਦੰਗ ਨਿਸ਼ਾਨ ਨਵ ਸੈਨ ਸਾਜ। ਸੈਨਾ ਨੇ ਨਵੇਂ ਧੌਂਸੇ ਵਜਾ ਕੇ ਮਕਰਾਜ ਨਾਂ ਦੇ। ਮਾਗੜਦੰਗ ਮੂੜ ਮਕਰਾਚ ਗਾਜ। ਮੂਰਖ ਰਣਭੂਮੀ ਵਿੱਚ ਗੱਜਣ ਲੱਗਾ। ਸੈਨਾ ਨੇ ਨਵੇਂ ਧੌਂਸੇ ਵਜਾ ਕੇ ਮਕਰਾਜ ਨਾਂ ਦੇ ਮੂਰਖ ਰਣਭੂਮੀ ਵਿੱਚ ਗੱਜਣ ਲੱਗਾ। ਆਗੜਦੰਗ ਏਕ ਅਤਕਾਇ ਵੀਰ। ਇੱਕ ਅਤਕਾਇ ਨਾਮ ਦੇ ਸੂਰਮੇ ਨੇ। ਰਾਗੜਦੰਗ ਰੋਸ ਕੀਨੇ ਗਹੀਰ। ਗੰਭੀਰ ਰੂਪ ਵਿੱਚ ਗੁੱਸਾ ਕੀਤਾ। ਆਗੜਦੰਗ ਏਕ ਹੁੱਕੇ ਅਨੇਕ। ਉਸ ਇੱਕ ਨਾਲ ਅਨੇਕਾਂ ਸੂਰਵੀਰ ਲਲਕਾਰੇ। ਸਾਗੜਦੰਗ ਸਿੰਧ ਬੇਲਾ ਬਿਬੇਕ। ਰਣਭੂਮੀ ਸਮੁੰਦਰ ਦੇ ਕੰਢੇ ਤੇ ਵਿਸਥਾਪਿਤ ਹੈ। ਉਸ ਇੱਕ ਨਾਲ ਅਨੇਕਾਂ ਸੂਰਵੀਰ ਲਲਕਾਰੇ। ਰਣਭੂਮੀ ਸਮੁੰਦਰ ਦੇ ਕੰਢੇ ਤੇ ਵਿਸਥਾਪਿਤ ਹੈ। ਤਾਗੜਦੰਗ ਤੀਰ ਛੁਟੇ ਅਪਾਰ। ਅਪਾਰ ਤੀਰ ਛੁੱਟਦੇ ਹਨ। ਬਾਗੜਦੰਗ ਬੂੰਦ ਬਨ ਦਲ ਅਨੁਚਾਰ। ਜੋ ਬੂੰਦਾਂ ਜਾਂ ਬਣ ਦੇ ਪੱਤਿਆਂ ਅਨੁਸਾਰ ਸਮਝਣੇ ਚਾਹੀਦੇ ਹਨ। ਆਗੜਦੰਗ ਅਰਬ ਟੀਡੀ ਪ੍ਰਮਾਣ। ਬਿਨਾਂ ਰੱਥਾਂ ਦੇ ਪੈਦਲ ਸੈਨਾ। ਟਿੱਡੀ ਦਲ ਜਿਹੀ। ਚਾਗੜਦੰਗ ਚਾਰ ਚੀਟੀ ਸਮਾਨ। ਜਾਂ ਕੀੜੀਆਂ ਦੇ ਦਲ ਵਰਗੀ ਸਮਝਣੀ ਚਾਹੀਦੀ ਹੈ। ਬਾਗੜਦੰਗ ਬੀਰ ਬਾਹੁੜੇ ਨੇਕ। ਅਨੇਕ ਸੂਰਮੇ ਨੇੜੇ ਪਹੁੰਚ ਗਏ ਹਨ। ਜਾਗੜਦੰਗ ਜੁੱਧ ਅਤਕਾਇ ਦੇਖ। ਅਤੇ ਅਤਕਾਇ ਦਾ ਯੁੱਧ ਵੇਖ ਰਹੇ ਹਨ। ਦਾਗੜਦੰਗ ਦੇਵ ਜੈ ਜੈ ਕਹੰਤ। ਦੇਵਤੇ ਜੈ ਜੈਕਾਰ ਕਰ ਰਹੇ ਹਨ। ਪਾਗੜਦੰਗ ਪੂਪ ਤਨ ਤਨ ਪਨੰਤ। ਅਤੇ ਰਾਜੇ ਤਨ ਤਨ ਕਹਿੰਦੇ ਸਨ। ਕਾਗੜਦੰਗ ਕਹਿਕ ਕਾਲੀ ਕਰਾਲ। ਕਾਲੀ ਪ੍ਰਚੰਡ ਠਹਾਕਾ ਮਾਰ ਕੇ ਹੱਸ ਰਹੀ ਹੈ। ਜਾਗੜਦੰਗ ਜੋਹ ਜੁਗੜ ਵਿਸਾਲ। ਜੋਗਣਾ ਦੇ ਵਿਸ਼ਾਲ ਟੋਲੇ। ਪਾਗੜਦੰਗ ਭੂਤ ਪੈਰੋ ਅਨੰਤ। ਅਤੇ ਅਨੰਤ ਪੈਰੋ ਦੇ ਭੂਤ। ਸਾਗੜਦੰਗ ਸ਼੍ਰੋਣ ਪਾਣਨ ਕਰੰਤ। ਲਹੂ ਪੀ ਰਹੇ ਸਨ। ਪਾਗੜਦੰਗ ਡੌਰ ਡਾਕਣ ਡਹਕ।
ਡਾਕਣੀਆਂ ਡਗ ਡਗ ਡੋਰੂ ਵਜਾਉਂਦੀਆਂ ਸਨ। ਕਾਗੜਦੰ ਕਰੂਰ ਕਾਂਕਨ ਕਹਕ, ਭਿਆਨਕ ਕਾਂ ਕੂਕਦੇ ਸਨ। ਚਾਗੜਦੰ ਚਤਰ ਚਾਵੜੀ ਚਿਕਾਰ, ਚੌਹਾਂ ਪਾਸੇ ਚੁੜੇਲਾਂ ਚੀਖਦੀਆਂ ਸਨ। ਪਾਗੜਦੰ ਭੂਤ ਡਾਰਤ ਤਮਾਰ, ਅਤੇ ਭੂਤ ਤਮਾਰ ਪਾ ਰਹੇ ਸਨ। ਹੋਹਾ ਛੰਦ। ਟੁੱਟੇ ਪਰੇ ਯੋਧੇ ਟੋਟੇ ਹੋ ਕੇ ਡਿੱਗ ਪਏ, ਨਵੇਂ ਮੁਰੇ ਪਰ ਮੁੜੇ ਨਹੀਂ। ਅਨਸਨ ਤਰੇ ਉਹਨਾਂ ਨੇ ਤਲਵਾਰਾਂ ਫੜੀਆਂ ਹੋਈਆਂ ਸਨ। ਰਿਸਨ ਪਰੇ ਅਤੇ ਕ੍ਰੋਧ ਨਾਲ ਭਰੇ ਹੋਏ ਸਨ। ਛੁਟੇ ਸਰਨ ਸੂਰਮੇ ਤੀਰ ਚਲਾਉਂਦੇ ਹਨ। ਚੱਕਿਓ ਹਰਨ ਜਿਨ੍ਹਾਂ ਨੂੰ ਵੇਖ ਕੇ ਸ਼ਿਵ ਹੈਰਾਨ ਹੋ ਰਿਹਾ ਹੈ। ਰੁਕੀ ਦਿਸਨ ਸਭ ਦਿਸ਼ਾਵਾਂ ਰੁਕ ਗਈਆਂ ਹਨ। ਚਪੇ ਕਿਸਨ ਬੰਦਰ ਖਿਝ ਗਏ ਹਨ। ਛੁਟਨ ਸਰਨ ਕ੍ਰੋਧ ਦੇ ਭਰੇ ਹੋਏ, ਰਿਸਨ ਪਰਨ ਤੀਰ ਚਲਾਉਂਦੇ ਹਨ। ਗਿਰੇ ਪਟਨ ਅਤੇ ਅਟਾਰੀਆਂ ਵਾਂਗ ਜਿਮਨ ਅਟਨ ਯੋਧੇ ਡਿੱਗਦੇ ਹਨ। ਘੁਮੇ ਕਯਨ ਡਰ ਦੇ ਭਰੇ ਹੋਏ ਕਾਇਲ, ਪਰੇ ਪਯਨ ਘੇਰਨੀ ਖਾਂਦੇ ਹਨ। ਚਪੇ ਚਲੇ ਕਈ ਸ਼੍ਰੇਸ਼ਟ ਸੂਰਮੇ, ਪਟਨ ਪਲੇ ਮੁਕਾਬਲਾ ਕਰਦੇ ਚਲੇ ਜਾ ਰਹੇ ਹਨ। ਰਟੈ ਹਰਨ ਕ੍ਰੋਧ ਨਾਲ ਸੜੇ ਹੋਏ, ਰਿਸਨ ਜਰਨ ਸ਼ਿਵ ਬੋਲਦੇ ਹਨ। ਰੁਪੇ ਰਣਨ ਜ਼ਖਮੀ ਸੂਰਮੇ ਘੁੰਮਦੇ ਫਿਰਦੇ, ਘੁਮੇ ਬਰਣਨ ਯੁੱਧ ਵਿੱਚ ਜੁਟੇ ਹੋਏ ਹਨ। ਗਿਰੇ ਤਰਨ ਸੂਰਮੇ ਧਰਤੀ 'ਤੇ ਡਿੱਗਦੇ ਹਨ। ਹੁਲੇ ਨਰਨ ਸੈਨਿਕਾਂ ਨੂੰ ਧੱਕੇ ਵੱਜਦੇ ਹਨ। ਸਰਨ ਤਛੇ ਤੀਰਾਂ ਨਾਲ ਪੱਛੇ ਹੋਏ ਹਨ। ਕਛਨ ਕਛੇ ਕਾਤਰਾਂ ਟੁਕੜੇ ਲਾਉਂਦੇ ਹਨ। ਘੁਮੇ ਪ੍ਰਣਨ ਕਾਇਲ ਕੁਮੇਰੀ ਖਾਂਦੇ ਹਨ। ਭ੍ਰਮੇ ਰਣਨ ਅਤੇ ਰਣਭੂਮੀ ਵਿੱਚ ਫਿਰਦੇ ਹਨ। ਲਜਨ ਫਸੇ ਲਾਜ ਦੇ ਮਾਰੇ ਹੋਏ ਹਨ। ਕਟਨ ਕਸੇ ਅਤੇ ਕਮਰ ਕਸੇ ਕੀਤੀ ਫਿਰਦੇ ਹਨ। ਤੁਕੇ ਤਕਨ ਤੱਕੇ 'ਤੇ ਧੱਕਾ ਪੈਂਦਾ ਹੈ। ਟੁਕੇ ਟਕਨ ਟਕਾ ਨਾਲ ਟੁਕੇ ਹੋਏ ਹਨ। ਛੁਟੇ ਸਰਨ ਤੀਰ ਚਲਦੇ ਹਨ। ਰੁਕੇ ਦਿਸਨ ਜਿਨ੍ਹਾਂ ਨਾਲ ਦਿਸ਼ਾਵਾਂ ਰੁਕ ਗਈਆਂ ਹਨ। ਛਪੇ ਛੰਦ। ਇੱਕ ਇੱਕ ਆਹੁਰੇ, ਇੱਕ ਇੱਕ ਆਰੋਹੇ, ਇੱਕ ਇਕਨ ਕਹ ਤੱਕੇ। ਇੱਕ ਸੂਰਮਾ ਇੱਕ ਨਾਲ ਜੁਟਿਆ ਹੈ, ਇੱਕ ਇਕੰਨਾ ਵੱਲ ਤੱਕ ਰਿਹਾ ਹੈ। ਇੱਕ ਇੱਕ ਲੈ ਚਲੇ, ਇੱਕ ਕਹੇ ਇੱਕ ਉੱਚਕੇ। ਇੱਕ ਯੋਧਾ ਇੱਕ ਨੂੰ ਲੈ ਚੱਲਿਆ ਹੈ ਅਤੇ ਇੱਕ ਨੂੰ ਇੱਕ ਚੁੱਕ ਰਿਹਾ ਹੈ। ਇੱਕ ਇੱਕ ਸਰ ਬਰਖ, ਇੱਕ ਤਨ ਕਰਖ ਰੋਸ ਪਰ। ਇੱਕ ਇੱਕ ਉੱਤੇ ਤੀਰਾਂ ਦੀ ਬਰਖਾ ਕਰ ਰਿਹਾ ਹੈ ਅਤੇ ਇੱਕ ਕ੍ਰੋਧਵਾਨ ਹੋ ਕੇ ਧਨੁਸ਼ ਖਿੱਚ ਰਿਹਾ ਹੈ। ਇੱਕ ਇੱਕ ਤਰਫੰਤ, ਇੱਕ ਪਵ ਸਿੰਧ ਗਏ ਤਰ। ਇੱਕ ਇੱਕ ਤਰਫੰਤ, ਇੱਕ ਪਵ ਸਿੰਧ ਗਏ ਤਰ। ਕਈ ਇੱਕ ਡਿੱਗੇ ਹੋਏ ਤੜਪ ਰਹੇ ਹਨ ਅਤੇ ਇੱਕ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਰਣ ਇੱਕ ਇੱਕ ਸਾਵੰਤ, ਪਿੜੇ ਇੱਕ ਇੱਕ ਹੋਏ ਵਿਛੜੇ। ਰਣ ਵਿੱਚ ਇੱਕ ਸੂਰਮਾ ਇੱਕ ਨਾਲ ਭਿੜ ਰਿਹਾ ਹੈ ਅਤੇ ਕਈ ਇੱਕ ਪਛੜ ਗਏ ਹਨ। ਨਰ ਇੱਕ ਅਨਿਕ ਸਸਤ੍ਰਣ, ਪਿੜੇ ਇੱਕ ਇੱਕ ਅਵਛੜ ਚੜੇ। ਨਰ ਇੱਕ ਅਨਿਕ ਸਸਤ੍ਰਣ, ਪਿੜੇ ਇੱਕ ਇੱਕ
ਅਵਛੜ ਚੜੇ। ਇੱਕ ਸੂਰਮਾ ਅਨੇਕ ਸ਼ਸਤਰਾਂ ਵਾਲਿਆਂ ਨਾਲ ਭਿੜ ਰਿਹਾ ਹੈ ਅਤੇ ਨਾ ਚੜ੍ਹਨ ਵਾਲਿਆਂ ਨੂੰ ਇਕੱਲਾ ਹੀ ਝਾੜ ਰਿਹਾ ਹੈ। ਇੱਕ ਜੂਝ ਪਟ ਗਿਰੇ, ਇੱਕ ਬਬਕੰਤ ਮੱਧ ਰਣ। ਇੱਕ ਸੂਰਮੇ ਸ਼ਹੀਦ ਹੋ ਕੇ ਡਿੱਗ ਰਹੇ ਹਨ ਅਤੇ ਇੱਕ ਰਣ ਭੂਮੀ ਵਿੱਚ ਲਲਕਾਰ ਰਹੇ ਹਨ। ਇੱਕ ਦੇਵਪੁਰ ਬਸੇ, ਇੱਕ ਭਜ ਚਲਤ ਕਾਇ ਬ੍ਰਣ। ਇੱਕ ਸਵਰਗਪੁਰੀ ਜਾ ਵਸੇ ਹਨ ਅਤੇ ਇੱਕ ਜ਼ਖਮ ਖਾ ਕੇ ਭੱਜ ਚੱਲੇ ਹਨ। ਇੱਕ ਜੁਝ ਉਛੜੇ, ਇੱਕ ਮੁਕਤੰਤ ਬਾਨ ਕਸ। ਇੱਕ ਲੜਕੇ ਡਿੱਗਦੇ ਹਨ ਅਤੇ ਇੱਕ ਤਲਵਾਰ ਦੀ ਵਾੜ ਨਾਲ ਡਿੱਗ ਪੈਂਦੇ ਹਨ। ਇੱਕ ਅਨਿਕ ਬ੍ਰਣ ਚਲੇ, ਇੱਕ ਮੁਕਤੰਤ ਬਾਨ ਕਸ। ਇੱਕ ਆਪਣੇ ਸਰੀਰ ਉੱਤੇ ਅਨੇਕਾਂ ਜ਼ਖਮ ਸਹਾਰਦੇ ਹਨ ਅਤੇ ਇੱਕ ਕਸ ਕਸ ਕੇ ਤੀਰ ਛੱਡਦੇ ਹਨ। ਰਣ ਭੂਮ ਕੁਮ ਸਾਵੰਤ ਮੰਡੇ, ਦੀਰਖ ਕਾਏ ਲਛਮਣ ਪ੍ਰਬਲ। ਰਣਭੂਮੀ ਵਿੱਚ ਯੋਧੇ ਫਿਰਦੇ ਹਨ। ਦੀਰਘ ਕਾਏ ਦੈਂਤ ਅਤੇ ਲਕਸ਼ਮਣ ਨੇ ਚੰਗੀ ਤਰ੍ਹਾਂ ਰਣ ਮੰਡਿਆ ਹੈ। ਤਿਰ ਰਹੇ ਬ੍ਰਿਛ ਉਪਵਨ ਕਿਦੋਂ, ਉੱਤਰ ਦਿਸ ਦੁਏ ਅਚਲ। ਦੋਵੇਂ ਸੂਰਮੇ ਇਉਂ ਖੜੋਤੇ ਹਨ ਮਾਨੋ ਬਾਗ ਵਿੱਚ ਦੋ ਬ੍ਰਿਛ ਖੜੇ ਹੋਣ, ਜਾਂ ਇਉਂ ਸਮਝੋ ਕਿ ਉੱਤਰ ਦਿਸ਼ਾ ਵਿੱਚ ਦੋ ਪਹਾੜ ਹੋਣ। ਅਜਪਾ ਛੰਦ। ਜੁੱਟੇ ਬੀਰਨ, ਦੋਵੇਂ ਬੀਰ ਜੁਟੇ ਹੋਏ ਹਨ। ਛੁੱਟੇ ਤੀਰਨ, ਤੀਰ ਛੱਡਦੇ ਹਨ। ਟੁੱਕੀ ਡਾਲਨ, ਡੁੱਕੀ ਡਾਲਨ ਅਤੇ ਡਾਲਾਂ ਉੱਤੇ ਵਾਰ ਹੋਣ ਨਾਲ ਡਕ ਡਕ ਦੀ ਆਵਾਜ਼ ਹੋ ਰਹੀ ਹੈ। ਕ੍ਰੋਹੇ ਕਾਲਨ, ਕ੍ਰੋਧ ਨਾਲ ਕਾਲ ਰੂਪ ਹੋ ਰਹੇ ਹਨ। ਡੰਕੇ ਡੋਲਨ, ਡੋਲਾਂ ਤੇ ਡੱਗੇ ਵੱਜਦੇ ਹਨ। ਬੰਕੇ ਬੋਲਨ, ਕ੍ਰੋਧਵਾਨ ਹੋ ਕੇ ਬੋਲਦੇ ਹਨ। ਕੱਛੇ ਸਸੰਤਰਨ, ਸ਼ਸਤਰ ਫਬ ਰਹੇ ਹਨ। ਅੱਛੇ ਅਸਤਰਨ, ਅਸਤਰ ਸ਼ੋਭ ਰਹੇ ਹਨ। ਕ੍ਰੋਧਨ ਗਲਿਤਨ, ਗੁੱਸਾ ਪੀ ਰਹੇ ਹਨ। ਬੋਧਨ ਦਲਿਤਨ, ਹੋਸ਼ ਨੂੰ ਛੱਡ ਰਹੇ ਹਨ। ਗੱਜੇ ਵੀਰਨ, ਸੂਰਮੇ ਗੱਜਦੇ ਹਨ। ਤੱਜੇ ਤੀਰਨ, ਤੀਰਾਂ ਨੂੰ ਛੱਡਦੇ ਹਨ। ਰੱਤੇ ਨੈਣਨ, ਅੱਖਾਂ ਲਾਲ ਹਨ। ਮੱਤੇ ਬੈਣਨ, ਮਸਤੀ ਨਾਲ ਬੋਲਦੇ ਹਨ। ਲੁੱਛੇ ਸੂਰਨ, ਸੂਰਮੇ ਲੜਦੇ ਹਨ। ਸੁੱਚੇ ਹੂਰਨ, ਅਪਸਰਾਵਾਂ ਵੇਖਦੀਆਂ ਹਨ। ਲੱਗੇ ਤੀਰਨ, ਕਈਆਂ ਨੂੰ ਤੀਰ ਲੱਗਦੇ ਹਨ। ਭੱਗੇ ਵੀਰਨ, ਕਈ ਸੂਰਮੇ ਭੱਜੇ ਜਾਂਦੇ ਹਨ। ਰੋਸਨ ਰੁੱਛੇ, ਕਈ ਕ੍ਰੋਧਵਾਨ ਹੋ ਕੇ ਰੁੱਝੇ ਹੋਏ ਹਨ। ਅਸਤਰਨ ਜੁੱਝੇ, ਕਈ ਅਸਤਰਾਂ ਨਾਲ ਲੜ ਰਹੇ ਹਨ। ਝੁੰਮੇ ਸੂਰਨ, ਸੂਰਮੇ ਝੂਮ ਰਹੇ ਹਨ। ਘੁੰਮੇ ਹੂਰਨ, ਹੂਰਾਂ ਘੁੰਮ ਰਹੀਆਂ ਹਨ। ਚੱਕੇ ਚਾਰਨ, ਚੌਹੀਂ ਪਾਸੇ ਦੇਖਦੇ ਹਨ। ਪੱਕੇ ਮਾਰਨ, ਮਾਰੋ ਮਾਰੋ ਬੋਲਦੇ ਹਨ। ਫਿੱਦੇ ਬਰਮਨ, ਕਵਚ ਟੁੱਟ ਗਏ ਹਨ। ਛਿੱਦੇ ਚਰਮਨ, ਡਾਲਾਂ ਛਿੱਜ ਗਈਆਂ ਹਨ। ਟੁੱਟੇ ਖੱਗਨ, ਖੜਗਾਂ ਟੁੱਟ ਗਈਆਂ ਹਨ। ਉੱਠੇ ਅੰਗਨ, ਅਤੇ ਉਹਨਾਂ ਵਿੱਚੋਂ ਅੱਗ ਦੀਆਂ ਚਿੰਗਾਰੀਆਂ ਨਿਕਲ ਰਹੀਆਂ ਹਨ। ਨੱਚੇ ਤਾਜੀ,
ਘੋੜੇ ਨੱਚਦੇ ਹਨ, ਗੱਜੇ ਗਾਜ਼ੀ ਗੱਜਦੇ ਹਨ। ਡਿੱਗੇ ਵੀਰਨ, ਸੂਰਮੇ ਡਿੱਗ ਰਹੇ ਹਨ। ਤੱਜੇ ਤੀਰਨ, ਅਤੇ ਤੀਰ ਛੱਡ ਰਹੇ ਹਨ। ਝੁੰਮੇ ਸੂਰਨ, ਸੂਰਮੇ ਝੂਮਦੇ ਹਨ। ਘੁੰਮੀ ਹੂਰਨ, ਹੂਰਾਂ ਫਿਰਦੀਆਂ ਹਨ। ਕੱਛੇ ਬਾਣਨ, ਸੂਰਮਿਆਂ ਨੇ ਬਾਣੇ ਫਬਾਏ ਹੋਏ ਹਨ। ਮੱਤੇ ਮਾਣਨ, ਅਤੇ ਮਾਣ ਨਾਲ ਮਤੇ ਹੋਏ ਹਨ। ਪਾਦਰੀ ਛੰਦ। ਤਹਿ ਭਇਓ ਕੋਰ ਆਹਵ ਅਪਾਰ, ਉੱਥੇ ਬਹੁਤ ਵੱਡਾ ਅਤੇ ਭਿਆਨਕ ਯੁੱਧ ਹੋਇਆ ਹੈ। ਰਣਭੂਮ ਝੂਮ ਜੁਝੇ ਜੁਝਾਰ, ਰਣਭੂਮੀ ਵਿੱਚ ਲੜਾਕੇ ਯੋਧੇ ਮਸਤੀ ਵਿੱਚ ਆ ਕੇ ਲੜੇ ਹਨ। ਇਤ ਰਾਮ ਪ੍ਰਾਤ ਅਤਕਾਏ ਉੱਤ, ਇੱਧਰੋਂ ਲਕਸ਼ਮਣ ਤੇ ਉੱਧਰੋਂ ਅਤਕਾਏ ਨਾਂ ਦੇ ਯੋਧੇ। ਰਿਸ ਜੁਝ ਉਜਰੇ ਰਾਜਪੁੱਤ, ਦੋਵੇਂ ਰਾਜਕੁਮਾਰ ਕ੍ਰੋਧ ਨਾਲ ਜੁਟੇ ਪਏ ਹਨ। ਤਬ ਰਾਮ ਪ੍ਰਾਤ ਅਤਿ ਕੀਨ ਰੋਸ, ਤਦੋਂ ਲਕਸ਼ਮਣ ਨੇ ਬਹੁਤ ਕ੍ਰੋਧ ਕੀਤਾ। ਜਿਮ ਪਰਤ ਅਗਨ ਕ੍ਰਿਤ ਕਰਤ ਜੋਸ, ਜਿਵੇਂ ਘਿਓ ਦੇ ਪੈਂਦਿਆਂ ਹੀ ਅੱਗ ਜੋਸ਼ ਨਾਲ ਭੜਕ ਪੈਂਦੀ ਹੈ। ਗਹਿਬਾਣ ਪਾਣ ਤੱਜੇ ਅਨੰਤ, ਉਸ ਨੇ ਧਨੁਸ਼ ਹੱਥ ਵਿੱਚ ਫੜ ਕੇ ਬੇਅੰਤ ਤੀਰ ਇਸ ਤਰ੍ਹਾਂ ਛੱਡ ਦਿੱਤੇ। ਜਿਮ ਜੇਠ ਸੂਰ ਕਿਰਣੇ ਦੁਰੰਤ, ਜਿਵੇਂ ਜੇਠ ਦੇ ਮਹੀਨੇ ਵਿੱਚ ਸੂਰਜ ਦੀਆਂ ਕਿਰਨਾਂ ਪ੍ਰਚੰਡ ਹੁੰਦੀਆਂ ਹਨ। ਬ੍ਰਣ ਆਪ ਮਦ ਬਾਹਤ ਅਨੇਕ, ਆਪਸ ਵਿੱਚ ਯੋਧੇ ਅਨੇਕਾਂ ਘਾਉ ਲਗਾਉਂਦੇ ਹਨ। ਬਰਣੇ ਨ ਜਾਹੇ ਕਹਿ ਏਕ ਏਕ, ਜਿਨ੍ਹਾਂ ਦਾ ਇੱਕ ਇੱਕ ਕਰਕੇ ਵਰਣਨ ਨਹੀਂ ਕੀਤਾ ਜਾ ਸਕਦਾ। ਉਜਰੇ ਵੀਰ ਜੁਝਣ ਜੁਝਾਰ, ਕਈ ਲੜਾਕੇ ਸੂਰਮੇ ਯੁੱਧ ਕਰਕੇ ਸ਼ਹੀਦ ਹੋ ਗਏ ਹਨ। ਜੈ ਸਬਦ ਦੇਵ ਪਾਖਤ ਪੁਕਾਰ, ਇਸ ਲਈ ਦੇਵਤੇ ਜੈ ਨਾਦ ਕਰ ਰਹੇ ਹਨ। ਰਿਪ ਕਰਿਓ ਸਸਤਰ ਅਸੰਤਰਨ ਬਿਹੀਨ, ਰਿਪ ਕਰਿਓ ਸਸਤਰ ਅਸਤੰਤਰ, ਰਿਪ ਕਰਿਓ ਸਸਤਰ ਅਸਤਰਨ ਬਿਹੀਨ, ਲਕਸ਼ਮਣ ਨੇ ਵੈਰੀ ਨੂੰ ਸ਼ਸਤਰਾਂ ਤੇ ਅਸਤਰਾਂ ਤੋਂ ਵਾਂਝਾ ਕਰ ਦਿੱਤਾ। ਬਹੁ ਸ਼ਸਤਰ ਸਾਸਤਰ ਵਿਦਿਆ ਪ੍ਰਬੀਨ, ਕਿਉਂਕਿ ਉਹ ਸ਼ਸਤਰ ਦੀ ਵਿਦਿਆ ਵਿੱਚ ਪ੍ਰਬੀਨ ਸੀ। ਹਯ ਮੁਕਟ ਸੂਤ ਬਿਨ ਪਇਓ ਗਵਾਰ, ਮੂਰਖ ਅਤਿਕਾਏ ਘੋੜੇ ਮੁਕਟ ਅਤੇ ਸਾਰਥੀ ਤੋਂ ਬਿਨਾਂ ਹੋ ਗਿਆ। ਕੱਛ ਚਪੇ ਚੋਰ ਜਿਮ ਬਲ ਸੰਭਾਰ, ਬਲ ਨੂੰ ਸੰਭਾਲ ਕੇ ਚੋਰ ਵਾਂਗੂ ਦੁਬਕ ਗਿਆ। ਰਿਪ ਹਣੇ ਬਾਣ ਬਜਰਵ ਕਾਤ, ਲਕਸ਼ਮਣ ਵੈਰੀ ਨੂੰ ਬਜਰ ਵਰਗੇ ਤੀਰ ਮਾਰਦਾ ਹੈ। ਸਮਚਲੇ ਕਾਲ ਕੀ ਜੁਆਲ ਤਾਤ, ਜੋ ਕਾਲ ਦੀ ਅੱਗ ਵਾਂਗ ਸਾੜਦੇ ਜਾਂਦੀ ਹੈ, ਜੋ ਕਾਲ ਦੇ ਅੱਗ ਵਾਂਗ ਸਾੜਦੇ ਜਾਂਦੇ ਹਨ। ਤਬ ਕੁਪਿਓ ਵੀਰ ਅਤਿਕਾਏ ਐਸ, ਤਦੋਂ ਅਤਿਕਾਏ ਯੋਧਾ ਵੀ ਕ੍ਰੋਧਵਾਨ ਹੋ ਗਿਆ। ਜਨ ਪ੍ਰਲਯ ਕਾਲ ਕੋ ਮੇਘ ਜੈਸ, ਮਾਨੋ ਪਰਲੋ ਦੇ ਸਮੇਂ ਦੇ ਮੇਘ ਵਰਗਾ ਹੋਵੇ। ਇਮ ਕਰਨ ਲਾਗ ਲਪਟੈ ਲਬਾਰ, ਅਤਿਕਾਏ ਇਸ ਤਰ੍ਹਾਂ ਬਕਵਾਦ ਦੀਆਂ ਲਪਟਾਂ ਪ੍ਰਗਟ ਕਰਨ ਲੱਗਾ। ਜਿਮ ਜੁਬਣਹੀਣ ਲਪਟਾਏ ਨਾਰ, ਜਿਵੇਂ ਜੋਬਣਹੀਣ ਬਿਰਧ ਇਸਤਰੀ ਨਾਲ ਲਿਪਟ ਜਾਂਦਾ ਹੈ। ਜਿਮ ਦੰਤ ਰਹਿਤ ਗਹਿ ਸਵਾਨ ਸਸਕ, ਜਿਵੇਂ ਕੁੱਤਾ ਦੰਦਾਂ ਤੋਂ ਬਿਨਾਂ ਸਹੇ ਨੂੰ ਫੜਦਾ ਹੈ।
ਜਿਮ ਗਏ ਬੈਸ ਬਲ ਬੀਰਜ ਰਸਕ। ਜਿਵੇਂ ਉਮਰ ਦੇ ਬੀਤਣ ਨਾਲ ਬਲ ਤੇ ਬੀਰਜ ਰਿਸ ਜਾਂਦਾ ਹੈ। ਜਿਮ ਦਰਬਹੀਣ ਕਛ ਕਰ ਵਪਾਰ। ਜਿਵੇਂ ਤਨ ਰਹਿਤ ਵਿਅਕਤੀ ਕੁਛ ਵਪਾਰ ਕਰਦਾ ਹੈ। ਜਾਂ ਜਨ ਸ਼ਸਤਰਹੀਣ ਰੁਝਿਓ ਜੁਝਾਰ। ਮਾਨੋ ਸ਼ਸਤਰਹੀਨ ਵਿਅਕਤੀ ਯੁੱਧ ਵਿੱਚ ਰੁਝਿਆ ਹੋਵੇ। ਜਿਮ ਰੂਪਹੀਣ ਬੇਸਿਆ ਪ੍ਰਭਾਵ। ਜਿਮ ਰੂਪਹੀਣ ਬੇਸਿਆ ਪ੍ਰਭਾਵ। ਜਿਵੇਂ ਰੂਪ ਤੋਂ ਹੀਣੀ ਵੇਸ਼ਵਾ ਦਾ ਪ੍ਰਭਾਵ ਹੁੰਦਾ ਹੈ। ਜਨ ਬਾਜ ਹੀਣ ਰਥ ਕੋ ਚਲਾਵ। ਜਾਂ ਮਾਨੋ ਘੋੜੇ ਤੋਂ ਬਿਨਾਂ ਰਥ ਦਾ ਤੁਰਨਾ ਹੋਵੇ। ਤਬ ਤਮਕ ਤੇਗ ਲਛਮਣ ਉਦਾਰ। ਤਦੋਂ ਉਦਾਰ ਲਕਸ਼ਮਣ ਨੇ ਗੁੱਸਾ ਖਾ ਕੇ ਉਸ ਉੱਤੇ ਤਲਵਾਰ ਦਾ ਵਾਰ ਕੀਤਾ ਅਤੇ ਤਹਿ ਹਣਿਓ ਸੀਸ ਕਿੰਨੋ ਦੁਫਾਰ। ਉਸ ਦੇ ਸਿਰ ਦੇ 2 ਟੁਕੜੇ ਕਰ ਦਿੱਤੇ। ਤਬ ਗਿਰਿਓ ਬੀਰ ਅਤਿਕਾਇ ਏਕ। ਤਦ ਅਤਿਕਾਇ ਨਾਂ ਦਾ ਇੱਕ ਯੋਧਾ ਡਿੱਗ ਪਿਆ। ਲਖ ਤਾਹੇ ਸੂਰ ਭੱਜੇ ਅਨੇਕ। ਉਸ ਨੂੰ ਵੇਖ ਕੇ ਅਨੇਕਾਂ ਸੂਰਮੇ ਰਣਭੂਮੀ ਵਿੱਚੋਂ ਭੱਜ ਗਏ। ਇਤ ਸ਼੍ਰੀ ਬਚਿੱਤਰ ਨਾਟਕੇ ਰਾਮ ਅਵਤਾਰ ਅਤਿਕਾਇ ਬੱਧ ਧਿਆਇ ਸਮਾਪਤਮ ਸੱਤ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਰਾਮ ਅਵਤਾਰ ਦੇ ਅਤਿਕਾਇ ਬੱਧ ਅਧਿਆਇ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।